ਸਤਿ ਸ਼੍ਰੀ ਅਕਾਲ। ਲੋਕ ਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਰੋਤਿਆਂ ਨਾਲ ਸਾਂਝ ਪਾਉਂਦੇ ਹੋਏ ਜੀ ਮਿਹਰਬਾਨੀ, ਤੁਸੀਂ ਰੂਬਰੂ ਕਰਾਇਆ ਸਰੋਤਿਆਂ ਦੇ ਜੀ। ਦੋਸਤੋ, ਚੋਣਾਂ ਤਾਂ ਨਿਕਲ ਗਈਆਂ, ਕਿਸਮਤ ਕੈਦ ਹੋ ਗਈ ਵੱਡੇ ਵੱਡੇ ਦਿਗਜਾਂ ਦੀ ਬਾਕਸਾਂ ਦੇ ਵਿੱਚ। ਹੁਣ 10 ਮਾਰਚ ਨੂੰ ਹੀ ਕਿਸਮਤ ਖੁੱਲੂਗੀ ਕਿ ਆਖਰ ਤਾਜ ਕਿਹਦੇ ਸਿਰ ਤੇ ਸੱਜਦਾ। ਪਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਚੋਣਾਂ ਦੀ ਜਾਂ ਫਿਰ ਇਲੈਕਸ਼ਨ ਦੀ ਜਾਂ ਫਿਰ ਅਸੀਂ ਸੰਘਰਸ਼ਾਂ ਦੀ ਗੱਲਬਾਤ ਕਰਦੇ ਹਾਂ, ਇੱਕ ਤਾਂ ਸੰਘਰਸ਼ਾਂ ਤੋਂ ਚੋਣਾਂ ਤੋਂ ਪਹਿਲਾਂ ਦਾ ਸਮਾਂ ਹੁੰਦਾ, ਇੱਕ ਉਸ ਤੋਂ ਬਾਅਦ ਦਾ ਸਮਾਂ ਹੁੰਦਾ ਕਿ ਆਖਰ ਅੰਦੋਲਨਾਂ ਦੇ ਵਿੱਚੋਂ, ਸੰਘਰਸ਼ਾਂ ਦੇ ਵਿੱਚੋਂ, ਇਲੈਕਸ਼ਨਾਂ ਦੇ ਵਿੱਚੋਂ, ਕਿਉਂਕਿ ਇਲੈਕਸ਼ਨ ਕਿਹੜਾ ਕਿਸੇ ਸੰਘਰਸ਼ ਤੋਂ ਘੱਟ ਹੁੰਦਾ, ਕਿ ਉਸ ਤੋਂ ਬਾਅਦ ਜੋ ਸਾਡੇ ਸਮਾਜਿਕ ਸਮੀਕਰਨ ਬਣਦੇ ਨੇ, ਜੋ ਸਮਾਜਿਕ ਸਾਡੇ ਬਦਲਾਅ ਹੁੰਦੇ ਨੇ, ਆਖਰ ਉਹ ਕਿਵੇਂ ਬਦਲਾਅ ਹੁੰਦੇ ਨੇ, ਸਮੀਕਰਨ ਕਿੱਥੇ ਖੜ੍ਹਦੇ ਨੇ, ਇਸੇ ਸਾਰੇ ਮਸਲੇ 'ਤੇ ਗੱਲਬਾਤ ਕਰਾਂਗੇ ਧਾਲੀਵਾਲ ਸਾਹਿਬ ਨਾਲ। ਧਾਲੀਵਾਲ ਸਾਹਿਬ, ਚੋਣਾਂ ਤਾਂ ਨਿਕਲ ਗਈਆਂ ਜਿਵੇਂ ਮੈਂ ਕਿਹਾ, ਚੋਣਾਂ ਤੋਂ ਬਾਅਦ ਦਾ ਜੋ ਸਾਡਾ ਸਮਾਜਿਕ ਸਿਸਟਮ ਹੁੰਦਾ, ਜੋ ਸਾਡਾ ਸਮਾਜਿਕ ਸਿਸਟਮ ਘੜਿਆ ਜਾਂਦਾ ਜਾਂ ਫਿਰ ਚੋਣਾਂ ਦੇ ਵਿੱਚ ਮੈਨੂਪਲੇਟ ਹੋ ਜਾਂਦਾ, ਉਸ ਤੋਂ ਬਾਅਦ ਦੀ ਜੋ ਸਾਡੀ ਦੁਨੀਆਦਾਰੀ ਹੁੰਦੀ ਹੈ, ਚੋਣਾਂ ਤੋਂ ਬਾਅਦ ਕਿੰਨਾ ਕੁ ਪ੍ਰਭਾਵ ਛੱਡ ਕੇ ਜਾਂਦੀਆਂ ਚੋਣਾਂ ਪਿੱਛੇ? ਇਹਨੂੰ ਆਪਾਂ ਨਾ ਦੋ ਭਾਗਾਂ 'ਚ ਵੰਡ ਲਈਏ, ਸੌਖੇ ਰਵਾਂਗੇ। ਇੱਕ ਤਾਂ ਆਪਾਂ ਦੇਖੀਏ ਕਿ ਇਹਦੇ ਇੱਕਦਮ ਜਿਹੜੇ ਸ਼ਾਰਟ ਟਰਮ ਥੋੜ੍ਹੇ ਸਮੇਂ ਦੇ ਪ੍ਰਭਾਵ ਨੇ ਉਹ ਹੋ ਜਾਂਦੇ ਨੇ। ਇੱਕ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਕੀ ਜਿਹੜੀਆਂ ਇਹ ਚੋਣਾਂ ਹੋਈਆਂ ਨੇ ਇਹ ਕੋਈ ਨਵੇਂ ਸਟੈਂਡਰਡਸ ਜਿਹਨੂੰ ਅਸੀਂ ਕਹਿੰਦੇ ਹਾਂ, ਕੋਈ ਨਵੀਆਂ ਗੱਲਾਂ ਸਮਾਜ ਵਿੱਚ ਪੈਦਾ ਕਰਨਗੀਆਂ ਜਿਹਦੇ ਵਿੱਚ ਆਉਣ ਵਾਲੇ ਲੰਮੇ ਸਮੇਂ 'ਚ ਸਮਾਜ ਦੇ ਵਿੱਚ ਉਹਦੇ ਰਾਜਨੀਤਿਕ ਪ੍ਰਭਾਵ, ਸਮਾਜਿਕ ਪ੍ਰਭਾਵ ਰਹਿਣ। ਸੋ ਇਹਨੂੰ ਜਿਹੜਾ ਤਾਂ ਆਮ ਸਾਦੀ ਜੀ ਗੱਲ ਦੇ ਤੌਰ 'ਤੇ ਦੇਖੀਏ ਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਇਲੈਕਸ਼ਨਾਂ 'ਚ ਇਹ ਲੱਗਿਆ, ਇਹ ਵੱਖਰੀ ਕਿਸਮ ਦੀਆਂ ਇਲੈਕਸ਼ਨਾਂ ਸੀ। ਸਰਕਾਰਾਂ ਨੇ ਪਹਿਲੀ ਵਾਰੀ ਇਹ ਸਿਰਜ ਕੇ ਦੇਖਿਆ, ਸਰਕਾਰਾਂ ਤੋਂ ਭਾਵ ਮੇਰਾ ਇਹ ਹੈ ਵੀ ਕੇਂਦਰ ਸਰਕਾਰ ਨੇ, ਪੰਜਾਬ ਸਰਕਾਰ ਨੇ, ਸਰਕਾਰ ਤੋਂ ਭਾਵ ਇੱਥੇ ਮੇਰਾ ਉਹ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਹੈ ਜੀ, ਜਿਵੇਂ ਬੀਜੇਪੀ ਤੇ ਕਾਂਗਰਸ ਨੇ, ਈਵਨ ਜੇ ਮੈਂ ਕਹਾਂ ਅਕਾਲੀ ਦਲ ਨੇ ਵੀ, ਇਹਨਾਂ ਪਾਰਟੀਆਂ ਨੇ ਪਹਿਲਾਂ ਨਾਲੋਂ ਵੱਖਰੀ ਕਿਸਮ ਦਾ ਪ੍ਰਭਾਵ ਇਹ ਛੱਡਣਾ ਚਾਹਿਆ। ਅੱਜ ਤੱਕ ਭਾਵੇਂ ਬਾਕੀ ਸਟੇਟਾਂ ਦੀ ਤਰ੍ਹਾਂ ਸਾਡੇ ਵੀ ਸਮਾਜ 'ਚ ਉਹਦੇ ਕੁਛ ਪ੍ਰਭਾਵ ਹੋਣ, ਪਰ ਜਿਹੜਾ ਪੋਲਰਾਈਜੇਸ਼ਨ ਜਿਹਨੂੰ ਕੇਂਦਰੀਕਰਨ ਕਹਿੰਦੇ ਆ, ਉਹ ਉਸ ਕਿਸਮ ਨਾਲ ਕਿਸੇ ਇੱਕ ਬਿੰਦੂ 'ਤੇ ਧਾਰਮਿਕ ਤੌਰ 'ਤੇ ਸਾਡੇ ਉਸ ਤਰ੍ਹਾਂ ਦਾ ਇਕੱਠ ਨਹੀਂ ਦਿਖਾਈ ਦਿੱਤਾ ਪਿਛਲੇ ਸਮੇਂ 'ਚ ਵੀ, ਹੁਣ ਵੀ। ਭਾਵੇਂ ਅਸੀਂ ਅਕਾਲੀ ਦਲ ਨੂੰ ਸਿੱਖਾਂ ਦੀ ਜਾਂ ਕਿਸਾਨਾਂ ਦੀ ਪਾਰਟੀ ਕਹਿੰਦੇ ਹਾਂ, ਪਰੰਤੂ ਕਦੇ ਵੀ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਮੈਨੂੰ ਕਦੇ ਵੀ ਐਂ ਦਿਖਾਈ ਨਹੀਂ ਦਿੱਤਾ ਕਿ ਇਸ ਵਾਰ ਪਹਿਲਾਂ ਨਾਲੋਂ ਕਿਸਾਨ ਇੱਕਦਮ ਜਾਂ ਸਿੱਖ ਇੱਕਦਮ ਪੋਲਰਾਈਜ਼ ਹੋ ਗਏ। ਹਾਂ, ਜਿਹੜੇ ਉਹਨਾਂ ਦੇ ਕਾਡਰ ਦੇ ਮੈਂਬਰ ਨੇ ਉਹ ਹਰ ਵਾਰ ਵੋਟਾਂ ਉਹਨਾਂ ਨੂੰ ਪਾਉਂਦੇ ਨੇ, ਕਦੇ 2% ਘੱਟ ਕਦੇ ਵੱਧ, ਪਰ ਇੱਦਾਂ ਨਹੀਂ ਕਦੇ ਦਿਖਿਆ ਕਿ ਸਾਰੇ ਦੀ ਸਾਰੀ ਸਿੱਖ ਕਮਿਊਨਿਟੀ ਇੱਕ ਪਾਸੇ ਪੋਲਰਾਈਜ਼ ਹੋ ਜਾਏ ਤੇ ਦੂਜੀ ਕਮਿਊਨਿਟੀ ਦੂਜੇ ਪਾਸੇ ਹੋ ਜਾਏ ਜੀ। ਇਹ ਜਿਹੜੀ ਇਲੈਕਸ਼ਨ ਸੀ, ਇਹਦੇ ਵਿੱਚ ਪਹਿਲੀ ਵਾਰੀ ਮੈਂ ਇਹ ਦੇਖਿਆ ਕਿ ਸਮਾਜ ਦੇ ਵਿੱਚ ਜਿਹੜਾ ਹਿੰਦੂ ਤਬਕਾ ਹੈ ਉਹਦੀ ਵੋਟ ਬਟੋਰਨ ਲਈ ਸਾਰੀਆਂ ਪਾਰਟੀਆਂ ਨੇ ਇੱਕ ਵਿਸ਼ੇਸ਼ ਜ਼ੋਰ ਲਾਇਆ। ਵਿਸ਼ੇਸ਼ ਜ਼ੋਰ ਇਹ ਲਾਇਆ ਕਿ ਬੀਜੇਪੀ ਨੇ, ਜੋ ਹੁਣ ਦਿਖਾਈ ਦੇ ਰਿਹਾ ਕਿ ਇੱਕ ਲੰਮੇ ਸਮੇਂ ਤੋਂ ਇੱਕ ਪਲਾਨ ਲੈ ਕੇ ਆਂਦੀ ਕਿ ਇਸ ਵਾਰ ਆਪਾਂ ਇਸ ਪੈਟਰਨ 'ਤੇ ਇਲੈਕਸ਼ਨ ਲੜਾਂਗੇ। ਉਹਨਾਂ ਨੇ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕੀਤਾ ਕਿ ਅਕਾਲੀ ਦਲ ਨਾਲ ਅਸੀਂ ਇੰਨੀਆਂ ਸੀਟਾਂ 'ਤੇ ਇਸ ਵਾਰ ਨਹੀਂ ਲੜਾਂਗੇ, ਅਸੀਂ ਵੱਡੇ ਭਾਈ ਦਾ ਰੋਲ ਪਲੇ ਕਰਾਂਗੇ। ਉਸ ਚੱਕਰ ਦੇ ਵਿੱਚ ਕਿਸਾਨ ਅੰਦੋਲਨ ਆ ਗਿਆ ਤੇ ਉਹਨਾਂ ਨੇ ਸਮੇਂ ਸਿਰ ਸਮਝੌਤਾ ਤੋੜ ਲਿਆ ਆਪਣਾ ਜੀ। ਉਹ ਸਮਝੌਤਾ ਟੁੱਟਣ ਤੋਂ ਬਾਅਦ ਬੀਜੇਪੀ ਨੇ ਇਹ ਪਲਾਨ ਬਣਾਈ ਜੋ ਹੁਣ ਦਿਖਾਈ ਦੇ ਰਹੀ ਹੈ। ਪਹਿਲਾਂ ਸ਼ਾਇਦ ਲੱਗ ਰਿਹਾ ਸੀ ਵੀ ਇਹ ਝੂਠ ਹੈ, ਐਲੀਗੇਸ਼ਨ ਲੱਗ ਰਹੇ ਸੀ ਕਿ ਅਮਰਿੰਦਰ ਸਿੰਘ ਬੀਜੇਪੀ ਨਾਲ ਰਲ ਕੇ ਚੱਲ ਰਹੇ ਨੇ। ਉਦੋਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਉਹ ਡਰਦੇ ਹੋਣਗੇ ਕੇਸਾਂ ਕੂਸਾਂ ਤੋਂ, ਇਸ ਲਈ ਰਲ ਕੇ ਚੱਲ ਰਹੇ ਨੇ। ਪਰ ਹੁਣ ਸਮਝ ਆ ਰਿਹਾ ਹੈ ਕਿ ਡਰਨ ਵਾਲੀ ਗੱਲ ਤੋਂ ਵੀ ਮਹੱਤਵਪੂਰਨ ਇਹ ਗੱਲ ਹੈ
ਕਿ ਉਹ ਭਵਿੱਖ ਦੇ ਵਿੱਚ ਵਿਸ਼ੇਸ਼ ਕਿਸਮ ਦੀਆਂ ਯੋਜਨਾਵਾਂ ਉਲੀਕੀਆਂ ਹੋਈਆਂ ਸੀ ਉਹਨਾਂ ਨੇ। ਔਰ ਉਹਦੇ ਵਿੱਚ ਉਹਨਾਂ ਨੇ ਧਾਰਮਦਾਰ ਰੱਖਿਆ ਸੀ ਕਿ ਹਿੰਦੂ ਫੈਕਟਰ ਹੈ ਜਿਹੜਾ ਇੱਕ, ਜਾਂ ਹਿੰਦੂ ਸਮਾਜ ਦੀਆਂ ਜਿਹੜੀਆਂ ਵੋਟਾਂ ਨੇ ਉਹ ਸਾਨੂੰ ਵੱਡੀ ਗਿਣਤੀ 'ਚ ਪੋਲਰਾਈਜ਼ਡ ਹੋ ਜਾਣਗੀਆਂ ਤੇ ਉਹਦੇ ਬਦਲੇ 'ਚ ਸਿੱਖ ਸਮਾਜ ਦੀ ਵੋਟ ਹੈ ਜਿਹੜੀ ਉਹ ਵੀ ਪੋਲਰਾਈਜ਼ ਹੋ ਜੂਗੀ ਤੇ ਅਲਟੀਮੇਟਲੀ ਉਹ ਅਕਾਲੀ ਦਲ ਨੂੰ ਚਲੀ ਜਾਊਗੀ। ਮੇਰਾ ਖਿਆਲ ਬੀਜੇਪੀ ਦੇ ਜਿਹੜੇ ਰਣਨੀਤੀ ਘੜਨ ਵਾਲੇ ਲੋਕ ਨੇ ਉਹਨਾਂ ਦੀ ਸ਼ਾਇਦ ਇਹ ਯੋਜਨਾ ਹੋਵੇ ਕਿ ਇਹਦੇ ਨਾਲ ਸਾਨੂੰ ਫਾਇਦਾ ਹੋ ਜਾਏਗਾ। ਜਿਹੜਾ ਉਹਨਾਂ ਦਾ ਵਿਸ਼ੇਸ਼ ਏਜੰਡਾ ਹੈ ਜਿਹਦੇ ਤੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਰੋਜ਼ ਬੋਲਦੇ ਨੇ, ਕਾਂਗਰਸ ਮੁਕਤ ਭਾਰਤ, ਜਿਹੜਾ ਵੀ ਇੱਥੋਂ ਪੰਜਾਬ 'ਚੋਂ ਵੀ ਪੰਜਾਬ ਕਾਂਗਰਸ ਮੁਕਤ ਹੋ ਜਾਏਗਾ। ਹੁਣ ਜੇ ਇਸ ਤੇ ਵਿਚਾਰੀਏ, ਇਹ ਏਜੰਡਾ ਚੱਲ ਨਹੀਂ ਸਕਿਆ। ਪਰੰਤੂ ਜੇ ਇਹ 'ਚ ਹੁਣ ਬਾਅਦ 'ਚ ਆ ਕੇ ਬੀਜੇਪੀ ਨੂੰ ਇਕੱਲਾ ਦੋਸ਼ ਦਈਏ, ਇਹ ਨਿਆਂ ਸੰਗਤ ਨਹੀਂ ਹੋਏਗੀ ਗੱਲ ਇਹ, ਕਿਉਂਕਿ ਉਸ ਤੋਂ ਬਾਅਦ ਇਸੇ ਉਸ ਤੇ ਚਲਦੇ ਕਾਂਗਰਸ ਨੇ ਇੱਕ ਡਿਸੀਜਨ ਲਿਆ ਕਿ ਜੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਦਲਿਤ ਹੋਏਗਾ। ਹਾਲਾਂਕਿ ਇਹ ਕਾਂਗਰਸ ਨੂੰ ਲੈਣਾ ਪਿਆ ਡਿਸੀਜਨ ਜਾਂ ਲਿਆ, ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਨੇ ਆਪਣੀ ਯੋਜਨਾਵਾਂ ਅਨਾਉਂਸ ਕਰਤੀਆਂ ਸੀ ਕਿ ਸਾਡਾ ਜਿਹੜਾ ਡਿਪਟੀ ਮੁੱਖ ਮੰਤਰੀ ਹੋਵੇਗਾ ਉਹ ਦਲਿਤ ਭਾਈਚਾਰੇ ਤੋਂ ਲਿਆ ਜਾਵੇਗਾ ਜੀ। ਇਹਦਾ ਮਤਲਬ ਇਹ ਹੋਇਆ ਕਿ ਉਹ ਕੰਸੋਲੀਡੇਟ ਕਰਨਾ ਚਾਹੁੰਦੇ ਸੀ ਕਿ ਦਲਿਤ ਵਰਸਸ ਨੌਨ ਦਲਿਤ ਵੀ ਇੱਕ ਪੋਲਰਾਈਜੇਸ਼ਨ ਹੋਵੇ। ਭਾਵੇਂ ਫਿਰ ਜਿਸ ਤਰ੍ਹਾਂ ਇਸ ਗੱਲ ਦੀ ਮੈਂ ਸਾਡੇ ਹਿੰਦੂ ਫਿਰਕੇ ਨੂੰ ਵਧਾਈ ਦਿੰਦਾ ਕਿ ਉਹ ਇਹਨਾਂ ਕਿਸੇ ਵੀ ਪਾਰਟੀ ਦੇ ਚੱਕਰ 'ਚ ਆ ਕੇ ਕਿਤੇ ਦਿਖਾਈ ਨਹੀਂ ਦਿੱਤਾ ਕਿ ਹਿੰਦੂ ਪੋਲਰਾਈਜ਼ਡ ਹੋ ਗਏ, ਉਹ ਵੋਟਾਂ ਵੰਡ ਗਈ ਪਈਆਂ ਨੇ। ਪਰੰਤੂ ਇਸੇ ਤਰ੍ਹਾਂ ਇਹ ਵਧਾਈ ਮੈਂ ਸਾਡੇ ਦਲਿਤ ਜਿਹੜੇ ਵਰਗ ਦੇ ਵੋਟਰ ਹੈ, ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦੇਵਾਂਗਾ ਕਿ ਉਹ ਕਿਸੇ ਵੀ ਪਾਰਟੀ ਦੇ ਚੱਕਰ 'ਚ, ਭਾਵੇਂ ਪਾਰਟੀਆਂ ਨੇ ਬੜੇ ਨਾਅਰੇ ਦਿੱਤੇ, ਪਰ ਉਹ ਇਹਨਾਂ ਦੇ ਨਾਅਰੇ 'ਚ ਫਸ ਕੇ ਇਸ ਤਰ੍ਹਾਂ ਦੀ ਵੰਡ ਦਾ ਸ਼ਿਕਾਰ ਨਹੀਂ ਹੋਏ, ਇਹਨਾਂ ਦੀ ਸਿਆਸੀ ਚਾਲ ਦੇ ਵਿੱਚ ਨਹੀਂ ਫਸੇ। ਜੋ ਧਰਾਤਲ ਤੇ ਦਿਖਾਈ ਦੇ ਰਿਹਾ ਹੈ, ਕੋਈ ਕਿਸੇ ਨੂੰ ਵੋਟ ਪਾਵੇ ਨਾ ਪਾਵੇ, ਉਹਦੇ ਵਿੱਚ ਵੀ ਫਿਰਕਾਦਰ ਫਿਰਕਾ ਜਾਂ ਜਾਤੀਦਰ ਜਾਤੀ ਇਸ ਤਰ੍ਹਾਂ ਵੰਡੇ ਹੋਏ ਨੇ ਉਹ, ਜਿੱਥੇ ਕਿਤੇ ਵੀ ਦਿਖਾਈ ਇਹ ਨਹੀਂ ਦਿੱਤਾ ਕਿ ਪੂਰੇ ਦੇ ਪੂਰੇ ਦਲਿਤ ਸਮਾਜ ਦੀ ਕਿਸੇ ਇੱਕ ਪਾਰਟੀ ਵੱਲ ਝੁਕਾਅ ਹੈ। ਪਰੰਤੂ ਕਾਂਗਰਸ ਨੇ ਇਹ ਨਾਰਾ ਲਾ ਕੇ ਕਿ ਅਸੀਂ ਦੇਖੋ ਜੀ ਦਲਿਤ ਮੁੱਖ ਮੰਤਰੀ ਦਿੱਤਾ ਹੈ, ਹੋ ਸਕਦਾ ਉਹਦਾ 1-2% ਪ੍ਰਭਾਵ ਹੋਇਆ ਹੋਵੇ, ਪਰ ਐਦਾਂ ਦਿਖਾਈ ਨਹੀਂ ਦੇ ਰਿਹਾ ਕਿ ਇੱਕਦਮ ਕਾਂਗਰਸ ਵੱਲ ਉਹ ਉਲਾਰ ਹੋ ਗਏ ਕਿ ਸਾਰੇ ਦੇ ਸਾਰੇ ਦਲਿਤ ਵਰਗ ਦੇ ਵੋਟਰ ਜਿਹੜੇ ਉਹ ਕਾਂਗਰਸ ਨੇ ਫਾਹ ਲਏ ਹੋਣ, ਕਾਂਗਰਸ ਨੇ ਅਟਰੈਕਟ ਕੀਤੇ ਹੋਣ, ਉਹਨਾਂ ਵੱਲ ਅਟਰੈਕਟ ਕੀਤੇ ਹੋਣ। ਸੋ ਇਹ ਦੋ ਗੱਲਾਂ ਮੈਨੂੰ ਬਹੁਤ ਹੀ ਚੰਗੀਆਂ ਲੱਗੀਆਂ ਔਰ ਇਹਦੇ ਵਿੱਚ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਘੱਟੋ ਘੱਟ ਪੰਜਾਬ 'ਚ ਇਸ ਤਰ੍ਹਾਂ ਦੀਆਂ ਨੀਤੀਆਂ ਠੀਕ ਨਹੀਂ ਰਹਿਣਗੀਆਂ। ਔਰ ਇਸ ਗੱਲ ਨੇ ਸਾਡਾ ਜਿਹੜਾ ਭਾਈਚਾਰਕ ਰਿਸ਼ਤਾ ਹੈ, ਸੱਭਿਆਚਾਰਕ ਭਾਈਚਾਰਕ ਰਿਸ਼ਤਾ ਹੈ, ਉਹ ਸਮਾਜ ਨੂੰ ਹੋਰ ਸਿਹਤਮੰਦ ਬਣਾਉਣ ਵੱਲ ਇੱਕ ਸੇਧ ਦਿੱਤੀ ਹੈ। ਇਹ ਮੈਂ ਸਮਝਦਾ ਕਿ ਇਹ ਵੱਡੀ ਗੱਲ ਹੋਈ ਹੈ ਜੀ। ਇਸ ਤੋਂ ਬਿਨਾਂ ਜੇ ਹੁਣ ਆਪਾਂ ਗੱਲ ਕਰੀਏ ਇੱਕ ਹੋਰ ਕਿ ਇੱਕ ਜਿਹੜਾ ਵਰਗ ਸੀ ਜੀ, ਜਿਹੜਾ ਕਿਸੇ ਹੋਰ ਕਾਰਨਵਸ ਇਕੱਠਾ ਹੋਇਆ, ਜਿਹਨੂੰ ਅਸੀਂ ਕਿਸਾਨ ਵਰਗ ਕਹਿ ਰਹੇ ਹਾਂ, ਕਿਤੇ ਤੋਂ ਭਾਵੇਂ ਉਹ ਕਿਸਾਨ ਹੈ, ਪਰ ਉਹਦੇ ਵਿੱਚ ਵੀ 2-3 ਵਿਸ਼ੇਸ਼ ਜਾਤੀਆਂ ਹੀ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹੀਏ ਕਿ ਲੈਂਡ ਹੋਲਡਰ, ਜਿਹੜੇ ਜ਼ਮੀਨਾਂ ਵਾਲੇ ਲੋਕ ਨੇ। ਉਹਨਾਂ ਦੇ ਵਿੱਚ ਤੁਸੀਂ ਜੱਟ ਕਹਿ ਲਓ, ਕੰਬੋਜ ਕਹਿ ਲਓ, ਸੈਣੀਜ਼ ਕਹਿ ਲਓ, ਈਵਨ ਕੁਛ ਰਾਜਪੂਤ ਉਹ ਵੀ ਹੈਗੇ। ਮੁੱਢਲੇ ਮੁੱਖ ਰੂਪ 'ਚ ਮਤਲਬ ਇਹ 4 ਜਾਤੀਆਂ ਬਹੁਤ ਨੇ। ਤੇ ਇਹ ਜਿਹੜਾ ਕਿਸਾਨ ਵਰਗ ਸੀ, ਇਹ ਕਿਸਾਨ ਅੰਦੋਲਨ ਕਰਕੇ ਇੱਕ ਰੂਪ 'ਚ ਇਕੱਠਾ ਹੋਇਆ ਦਿਖਾਈ ਦਿੱਤਾ ਇਲੈਕਸ਼ਨ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ। ਤੇ ਉਹਦੇ ਵਿੱਚ ਫਿਰ ਸਾਨੂੰ ਲੱਗਿਆ ਕਿ ਇਹ ਜਦੋਂ ਅੰਦੋਲਨ 'ਚ ਇਕੱਠਾ ਹੋ ਗਿਆ ਤਾਂ ਹੁਣ ਇਹ ਇਲੈਕਸ਼ਨ 'ਚ ਵੀ ਇਕੱਠਾ ਹੀ ਵਿਚਰੂਗਾ। ਭਾਵੇਂ ਇਹਦੇ ਵਿੱਚ ਕਈ ਲੋਕ ਰਾਜੇਵਾਲ ਨੂੰ ਦੋਸ਼ ਦੇ ਰਹੇ ਨੇ, ਉਹਨਾਂ ਦੇ ਨੇਤਾ ਨੂੰ, ਕਿ ਜੀ ਉਹਨੇ ਕਾਹਲ ਕੀਤੀ, ਉਹ ਰਾਜਨੀਤੀ 'ਚ ਆ ਗਿਆ। ਭਾਵੇਂ ਅਸੀਂ ਕਹਿ ਰਹੇ ਹਾਂ ਕਿ ਉਗਰਾਹਾਂ ਨੇ, ਇੱਕ ਹੋਰ ਧੜੇ ਦੇ ਜਿਹੜੇ ਲੀਡਰ ਨੇ, ਕਿ ਉਹਨਾਂ ਨੇ ਬਾਈਕਾਟ ਕੀਤਾ ਜੀ, ਉਹ ਉਹਨਾਂ ਦੇ ਨਾਲ ਨਹੀਂ ਚੱਲੇ। ਕਾਰਨ ਵਸੇ ਦਾ ਕੋਈ ਵੀ ਹੋਵੇ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਸਮਾਜਿਕ ਤੌਰ ਤੇ ਕਿ
ਇਹਦੇ ਵਿੱਚ ਕਿਸਾਨਾਂ ਦੀ ਜਿਹੜਾ ਉਹ ਵਿਸ਼ੇਸ਼ ਵਰਗ ਸੀ ਜਿਹਦੇ ਵਿੱਚ ਕੁਝ ਵਿਸ਼ੇਸ਼ ਜਾਤਾਂ ਡੋਮੀਨੈਂਟ ਕਰਦੀਆਂ ਨੇ, ਉਹਨਾਂ ਨੇ ਵੀ ਐਡੀ ਵੱਡੀ ਸਿਆਣਪ ਦਿਖਾਈ ਹੈ ਕਿ ਉਹਨਾਂ ਨੇ ਇਸ ਅੰਦੋਲਨ ਦੇ ਬਾਵਜੂਦ ਜੀ ਕਿਤੇ ਇਹ ਦਿਖਾਈ ਨਹੀਂ ਦਿੱਤਾ ਕਿ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਅਛੂਤ ਸਮਝਿਆ ਹੋਵੇ। ਮਤਲਬ ਜਿਹੜਾ ਉਹ ਕਿਸਾਨ ਵਰਗ ਹੈ, ਜਾਂ ਜਿਹੜੀਆਂ ਕਿਸਾਨ ਵਰਗ ਦੇ ਲਈ ਨਾ ਯੂਜ਼ ਕਰੀਏ ਕਿ ਜਿਹੜੀਆਂ ਕਿਸਾਨ ਵਰਗ ਦੇ ਵਿੱਚ ਵਿਸ਼ੇਸ਼ ਇੱਕ ਤੋਂ ਵੱਧ ਜਾਤੀਆਂ ਨੇ, ਉਹ ਜਾਤੀਆਂ ਨੇ ਕਿਤੇ ਐਦਾਂ ਦਾ ਨਾਰਾ ਨਹੀਂ ਦਿੱਤਾ ਕਿ ਅਸੀਂ ਇੱਕ ਪਾਰਟੀ ਵੱਲ ਹਾਂ। ਮਤਲਬ ਉਹਨਾਂ ਦਾ ਵੋਟ ਕਾਂਗਰਸ ਨੂੰ ਵੀ ਜਾਂਦਾ ਦਿਖਿਆ, ਉਹਨਾਂ ਦਾ ਵੋਟ ਅਕਾਲੀ ਦਲ ਨੂੰ ਵੀ ਜਾਂਦਾ ਦਿਖਿਆ, ਤੇ ਉਹਨਾਂ ਦਾ ਵੋਟ ਕਿਸਾਨ ਮੋਰਚੇ ਨੂੰ ਵੀ ਜਾਂਦਾ ਦਿਖਿਆ, ਤੇ ਉਹਨਾਂ ਦਾ ਵੋਟ ਜਦੋਂ ਬੀਜੇਪੀ ਨੇ ਨਵੀਂ ਧਿਰ ਬਣਾਈ ਜਿਹਦੇ ਨਾਲ ਸੰਯੁਕਤ ਅਕਾਲੀ ਦਲ ਤੇ PLC ਲੋਕ ਕਾਂਗਰਸ, ਜਿਹੜੀ ਪੰਜਾਬ ਲੋਕ ਕਾਂਗਰਸ, ਉਹ ਜੁੜੇ, ਉਹਨਾਂ ਨਾਲ ਵੀ ਜਾਂਦਾ ਦਿਖਿਆ। ਹਾਲਾਂਕਿ ਲੱਗਦਾ ਸੀ ਪਹਿਲਾਂ ਕਿ ਬੀਜੇਪੀ ਪੂਰੀ ਤਰ੍ਹਾਂ ਸ਼ਾਇਦ ਉਸ ਵਰਗ ਲਈ ਇੱਕ ਅਛੂਤ ਪਾਰਟੀ ਵਰਗੀ ਸਿਚੁਏਸ਼ਨ ਨਾ ਬਣ ਜਾਵੇ, ਪਰੰਤੂ ਜਿਸ ਕਿਸਮ ਨਾਲ ਸਿੱਖ ਚਿਹਰੇ ਬੀਜੇਪੀ ਨੇ ਆਪਣੇ ਵਿੱਚ ਸ਼ਾਮਲ ਕੀਤੇ, ਉਹਨਾਂ ਦੇ ਖਿਲਾਫ ਕੋਈ ਬਹੁਤ ਵੱਡਾ ਰੋਸ ਦਿਖਾਈ ਨਹੀਂ ਦਿੱਤਾ ਪਬਲਿਕ ਦੇ ਵਿੱਚ। ਭਾਵੇਂ ਵੱਖ-ਵੱਖ ਸਟੇਜਾਂ ਤੋਂ ਲੀਡਰਾਂ ਨੇ ਬੋਲਿਆ ਹੋਏਗਾ ਕਿ ਇਹ ਕਿਉਂ, ਜਾਂ ਸੋਸ਼ਲ ਮੀਡੀਆ ਤੇ ਇੱਦਾਂ ਦੀਆਂ ਗੱਲਾਂ ਆਈਆਂ, ਪਰ ਕਿਤੇ ਵੀ ਤੁਸੀਂ ਇਹ ਦੇਖਣ 'ਚ ਨਹੀਂ ਮਿਲੂਗੀ ਕਿ ਇਸ ਨਫ਼ਰਤ ਕਰਕੇ ਕਿਤੇ ਇੱਕ ਵੀ ਝੜਪ ਹੋਈ ਹੋਵੇ ਜਿਹਦੇ ਕਾਰਨ ਹੀ ਹੋਵੇ। ਰਾਜਨੀਤਿਕ ਪਾਰਟੀਆਂ ਦੇ ਕਈ ਵਾਰੀ ਉਹਨਾਂ ਕਾਰਨਾਂ ਕਰਕੇ ਉਹਨਾਂ ਦੀ ਆਪਸੀ ਝੜਪ ਹੋਣੀ, ਉਹ ਇੱਕ ਵੱਖਰੀ ਗੱਲ ਹੈ। ਜਿਹੜੀ ਕੇਵਲ ਤੇ ਕੇਵਲ ਇਸ ਮੁੱਦੇ ਨੂੰ ਲੈ ਕੇ ਹਿੰਸਾ ਹੋਈ ਹੋਵੇ ਕਿ ਦੇਖੋ ਜੀ ਸਾਡੇ ਵਰਗ ਦੇ ਲੋਕ ਦੂਜੇ ਵਰਗ 'ਚ ਕਿਉਂ ਜਾਂਦੇ ਨੇ, ਜਾਂ ਉਹਨਾਂ ਨੂੰ ਕਿਸੇ ਨੇ ਗਦਾਰ ਕਿਹਾ ਹੋਵੇ, ਜਾਂ ਉਹਨਾਂ ਬਾਰੇ ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ, ਲੀਡਰਾਂ ਨੂੰ ਵੀ ਇਸ ਗੱਲ ਤੇ ਪਰਹੇਜ਼ ਕਰਨਾ ਪਿਆ। ਅਦਰਵਾਈਜ਼ ਮੈਨੂੰ ਯਾਦ ਹੈ ਜਿਸ ਕਿਸਮ ਨਾਲ ਸਾਡੇ ਇੱਕ ਸਤਿਕਾਰਯੋਗ ਮੰਤਰੀ ਨੇ ਦੇਸ਼ ਕੇ ਗਦਾਰਾਂ ਕੋ ਗੋਲੀ ਮਾਰੇ ਡੈਸ਼ 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 ਇੱਦਾਂ ਦੇ ਜਿਹੜੇ ਨਾਅਰੇ ਲਾਏ, ਪਰ ਪੰਜਾਬ ਵਿੱਚ ਕਿਸੇ ਵੀ ਨੇਤਾ ਨੇ ਇਸ ਤਰ੍ਹਾਂ ਦੀ ਹਿੰਮਤ ਨਹੀਂ ਕੀਤੀ ਕਿ ਇੰਨਾ ਤਿੱਖਾ ਨਾਰਾ ਲਾ ਕੇ ਦਿਖਾਵੇ ਇੱਥੇ। ਔਰ ਜਿਹੜਾ ਮੈਂ ਸਮਝਦਾ ਕਿ ਇਸ ਦਾ ਕਾਰਨ ਵੀ ਇਹੀ ਰਿਹਾ, ਜੇਕਰ ਇਹਦਾ ਕਾਰਨ ਆਪਾਂ ਇਹ ਮੰਨੀਏ ਕਿ ਪੋਲਰਾਈਜੇਸ਼ਨ ਨਹੀਂ ਹੋਈ, ਸ਼ਾਇਦ ਇਸੇ ਗੱਲ ਤੋਂ ਉਹ ਡਰੇ ਕਿ ਜੇ ਇਹ ਨਾਰਾ ਦਿੱਤਾ ਇਹ ਕਿਤੇ ਬੈਕਫਾਇਰ ਨਾ ਕਰ ਜੇ, ਇਹਦੇ ਕਰਕੇ ਉਹ ਬਚੇ। ਇਸ ਤੋਂ ਬਿਨਾਂ ਇੱਕ ਹੋਰ ਬਹੁਤ ਕਮਾਲ ਦੀ ਗੱਲ ਜਿਹੜੀ ਮੈਂ ਇਹ ਸਮਝਦਾ ਕਿ ਪੰਜਾਬ ਦੇ ਵਿੱਚ ਸਾਰਾ ਹਿੰਦੁਸਤਾਨ ਜਾਂ ਕੁਝ ਪਾਰਟੀਆਂ ਜਿਹੜੀਆਂ ਇਹ ਸਮਝਦੀਆਂ ਨੇ ਕਿ ਇਹ ਨਾਰਾ ਦੇ ਕੇ ਆਪਾਂ ਸਾਰੇ ਹਿੰਦੁਸਤਾਨ 'ਚ ਇਹਦਾ ਫਾਇਦਾ ਲੈ ਲਾਂਗੇ, ਉਹ ਬਹੁਤ ਹੀ ਕਮਾਲ ਦੀ ਗੱਲ ਹੋਈ, ਜਿਹਦਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕਰਦਾ, ਰਾਦਰ ਉਹਨਾਂ ਨੂੰ ਸ਼ਾਬਾਸ਼ ਦਿੰਦਾ। ਉਹ ਇਹ ਹੋਇਆ ਕਿ ਇਲੈਕਸ਼ਨ ਦੇ ਕੁਝ ਸਮਾਂ ਪਹਿਲਾਂ, 2 ਦਿਨ ਜਾਂ 3 ਦਿਨ ਪਹਿਲਾਂ, ਜਾਣ ਕੇ ਜਾਂ ਅਣਜਾਣੇ ਵਿੱਚ, ਮੈਂ ਇਹਦੇ ਵਿੱਚ ਕੋਈ ਕੰਟਰੋਵਰਸੀ 'ਚ ਨਹੀਂ ਪੈਂਦਾ, ਪਰ ਰਣਨੀਤੀ ਹੁੰਦੀ ਹੈ ਵੀ ਇੱਕ। ਹਾਲਾਂਕਿ ਕੁਮਾਰ ਵਿਸ਼ਵਾਸ ਇੱਦਾਂ ਦੇ ਵਿਅਕਤੀ ਨਹੀਂ ਹੈਗੇ, ਪਰੰਤੂ ਪੱਤਰਕਾਰ ਨੇ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ, ਮੈਨੂੰ ਨਹੀਂ ਪਤਾ ਉਹ ਤੈਅ ਸੀ, ਮੈਨੂੰ ਨਹੀਂ ਪਤਾ ਉਹ ਬਾਅਦ 'ਚ ਆਇਆ। ਉਸ ਕੁਐਸਚਨ ਦੇ ਵਿੱਚ ਉਹਨਾਂ ਨੇ ਕੇਜਰੀਵਾਲ ਦੀ ਇੱਕ ਇੱਦਾਂ ਦੀ ਕਿਸੇ ਪੁਰਾਣੀ ਇੰਟਰਵਿਊ ਦਾ ਜ਼ਿਕਰ ਕੀਤਾ ਜਿਸ ਦਾ ਅਰਥ ਇਹ ਨਿਕਲਦਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਉਸ ਸਮੇਂ ਦੇ ਜਿਹੜੇ ਟੈਰਰਿਸਟ ਸੀ ਉਹ ਉਹਨਾਂ ਨਾਲ ਮਿਲਦਾ ਸੀ, ਜਾਂ ਉਹਨਾਂ ਦੀ ਮਦਦ ਲੈਣੀ ਚਾਹੁੰਦਾ ਸੀ, ਜਾਂ ਉਹਨਾਂ ਦੀ ਮਦਦ ਕਰਨੀ ਚਾਹੁੰਦਾ ਸੀ। ਜਿਉਂ ਹੀ ਇਹ ਜਿਹੜੀ ਵੀਡੀਓ ਵਾਇਰਲ ਹੋਈ, ਇਹਨੂੰ ਵਿਰੋਧੀ ਪਾਰਟੀਆਂ ਨੇ, ਈਵਨ ਵੱਡੇ ਨੇਤਾਵਾਂ ਨੇ, ਬੀਜੇਪੀ ਦੇ ਵੀ ਬਹੁਤ ਵੱਡੇ ਵੱਡੇ ਨੇਤਾਵਾਂ ਨੇ, ਇਹਨੂੰ ਭਨਾਉਣਾ ਚਾਹਿਆ ਕਿ ਇਸ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪ ਤੇ ਹਮਲਾ ਕੀਤਾ। ਔਰ ਪੱਤਰਕਾਰਾਂ ਨੂੰ ਵੀ ਇੱਕ ਗੱਲ ਮਿਲ ਗਈ, ਪੱਤਰਕਾਰਾਂ ਨੇ ਵੀ ਇਹ ਕਿ ਆਪ ਤੇ ਸ਼ਾਇਦ ਇਹਦਾ ਬਹੁਤ ਵੱਡਾ ਪ੍ਰਭਾਵ ਹੋਏਗਾ, ਅੱਤਵਾਦੀ ਵਾਲੀ ਗੱਲ ਖੜੀ ਕਰਕੇ ਇੱਕ ਵਿਸ਼ੇਸ਼ ਕਮਿਊਨਿਟੀ ਦੇ ਵਿੱਚ ਡਰ ਪੈਦਾ ਹੋਊਗਾ ਤਾਂ ਇੱਕ ਪੋਲ ਤੇ ਉਹ ਪੋਲਰਾਈਜ਼ ਹੋਣਗੇ। ਮੈਨੂੰ ਇਸ ਤਰ੍ਹਾਂ ਦੀ ਗੱਲ ਦਿਖਾਈ ਨਹੀਂ ਦਿੱਤੀ, ਬਲਕਿ ਜੇ ਇਹ ਗੱਲ ਦੀ ਕਸਵੱਟੀ ਤੇ ਆਪਾਂ ਪਰਖ ਕਰਨਾ ਚਾਹੀਏ, ਬਲਕਿ ਮੈਨੂੰ ਇਹ ਲੱਗਿਆ ਕਿ ਜੇਕਰ ਇਹ ਗੱਲ ਸੱਚ ਹੁੰਦੀ ਕਿ ਕਿਉਂਕਿ ਪੰਜਾਬ ਹੁਣ ਬਿਲਕੁਲ ਨੋਰਮਲ ਹੈ, ਇੱਥੇ ਦਹਿਸ਼ਤਗਰਦੀ ਕਿਤੇ ਨਹੀਂ ਹੈਗੀ, ਕਿਉਂਕਿ ਇਹਦੀ ਗੱਲ ਤੁਸੀਂ ਸਭ ਤੋਂ ਵਧੀਆ ਇਹ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵਿਚਰੀਆਂ, ਉਹਨਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਜਿਹੜਾ ਸੰਯੁਕਤ ਸਮਾਜ ਮੋਰਚਾ ਸੀ, ਉਹਨਾਂ ਦੇ ਜਿਹੜੇ ਉਮੀਦਵਾਰ ਸੀ
ਉਹਨਾਂ ਨੇ ਐਫੀਡੈਵਿਟ ਦੇ ਕੇ ਇਹ ਕਿਹਾ ਕਿ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ ਜੀ। ਬਹੁਤ ਸਾਰਿਆਂ ਨੇ ਸਿਕਿਉਰਿਟੀ ਛੱਡਤੀ। ਜੇ ਕਿਤੇ ਸਰਕਾਰ ਨੇ ਜਾਂ ਪੁਲਿਸ ਨੇ, ਪ੍ਰਸ਼ਾਸਨ ਨੇ ਆਪਣੀ ਨਿਯਮਾਵਲੀ ਦੇ ਅਧੀਨ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹਨੂੰ ਜ਼ਰੂਰੀ ਸਮਝਿਆ ਕਿ ਸਿਕਿਉਰਿਟੀ ਤੁਹਾਨੂੰ ਲੈਣੀ ਪਏਗੀ, ਤਾਂ ਉਹ ਸਿਕਿਉਰਿਟੀ ਜ਼ਿਆਦਾਤਰ ਕਿਸਾਨ ਮੋਰਚੇ ਦੇ ਕੈਂਡੀਡੇਟਸ ਦੇ ਦਫ਼ਤਰਾਂ ਵਿੱਚ ਹੀ ਬੈਠੀ ਰਹਿੰਦੀ ਸੀ, ਉਹਨਾਂ ਦੇ ਨਾਲ ਮੂਵ ਨਹੀਂ ਸੀ ਕਰਦੀ। ਬਿਲਕੁਲ, ਕਿਉਂਕਿ ਉਹ ਲਿਖ ਕੇ ਦੇ ਚੁੱਕੇ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ। ਔਰ ਜਿਹੜਾ ਉਹਨਾਂ ਨੇ ਇਹ ਨਵੀਂ ਕਿਸਮ ਦੀ ਪਿਰਤ ਪਾਈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਰੇ ਕੈਂਡੀਡੇਟਸ ਦਾ ਇਹ ਇੱਕ ਭਰਮ ਹੋ ਗਿਆ ਸੀ ਕਿ ਜੀ ਇਹ ਤਾਂ ਸੋਸ਼ਲ ਸਟੇਟਸ ਬਣ ਗਿਆ ਸੀ ਕਿ ਜੀ ਗਨਮੈਨਾਂ ਤੋਂ ਬਿਨਾਂ ਤਾਂ ਸਾਡੀ ਕੋਈ ਹੈਸੀਅਤ ਨਹੀਂ ਹੈਗੀ, ਬਲਕਿ ਲੜਕੇ ਗਨਮੈਨ ਮੰਗੇ ਜਾਂਦੇ ਸੀ ਜੀ। ਸੋ ਇਸ ਵਾਰ ਜਿਹੜਾ ਇਹ ਇੱਕ ਤਬਦੀਲੀ ਦੇਖਣ 'ਚ ਆਈ, ਉਹਦੇ ਨਾਲ ਕੀ ਹੋਇਆ ਕਿ ਇੱਕ ਤਾਂ ਇਹ ਕਿ ਦਹਿਸ਼ਤਗਰਦੀ ਦਾ ਡਰ ਬਿਲਕੁਲ ਹੈ ਨਹੀਂ ਸੀ, ਕਿਤੇ ਐਦਾਂ ਦੀ ਕੋਈ ਥ੍ਰੈਟ ਨਹੀਂ ਸੀ। ਔਰ ਉਹਨੇ ਸਾਬਤ ਕਰਤਾ ਕਿ ਜੇਕਰ ਇਹਨਾਂ ਨੇ ਸਿਕਿਉਰਿਟੀ ਛੱਡਤੀ ਔਰ ਕਿਤੇ ਵੀ ਐਦਾਂ ਦੀ ਕੋਈ ਨਿੱਕੀ ਮੋਟੀ ਘਟਨਾ ਵੀ ਨਹੀਂ ਹੋਈ ਜੀ, ਜਿਹਨੂੰ ਆਪਾਂ ਇਹ ਕਹੀਏ ਕਿ ਇਹ ਦਹਿਸ਼ਤਗਰਦੀ ਦੀ ਘਟਨਾ ਸੀ। ਕੋਈ ਨਿੱਕੀ ਮੋਟੀ ਝੜਪ ਹੋਈ, ਕਿਸੇ ਕੈਂਡੀਡੇਟ ਨੂੰ ਲੋਕਾਂ ਨੇ ਸਵਾਲ ਪੁੱਛ ਲਏ, ਉਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ, ਉਹ ਇੱਕ ਵੱਖਰੀ ਗੱਲ ਹੈ, ਪਰ ਦਹਿਸ਼ਤਗਰਦੀ ਦੀ ਕੋਈ ਘਟਨਾ ਨਹੀਂ ਹੋਈ। ਇਸ ਦਾ ਪੰਜਾਬ ਦੇ ਲੋਕਾਂ ਨੂੰ ਕ੍ਰੈਡਿਟ ਵੀ ਜਾਂਦਾ ਹੈ, ਮੈਂ ਵਧਾਈ ਵੀ ਦਿੰਦਾ। ਸੋ ਇਸ ਦੇ ਨਾਲ ਕੀ ਹੋਇਆ ਕਿ ਇੱਕ ਮੰਦਭਾਗੀ ਘਟਨਾ ਇਹਨਾਂ ਹੀ ਦਿਨਾਂ 'ਚ ਜਦੋਂ ਕੁਮਾਰ ਵਿਸ਼ਵਾਸ ਦੀ ਇੰਟਰਵਿਊ ਆਉਂਦੀ ਹੈ, ਉਸ ਤੋਂ 1-2 ਦਿਨ ਪਹਿਲਾਂ ਇਹ ਹੋਈ ਕਿ ਦੀਪ ਸਿੱਧੂ ਇੱਕ ਦੁਰਘਟਨਾ ਦੇ ਵਿੱਚ, ਸੜਕ ਦੁਰਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਿਹਦਾ ਸਾਨੂੰ ਅਫਸੋਸ ਹੈ। ਨੌਜਵਾਨ ਉਮਰ ਦੇ ਵਿੱਚ ਉਹ ਚਲਿਆ ਗਿਆ। ਉਹ ਇੱਕ ਚਮਕਦਾ ਸਿਤਾਰਾ ਸੀ। ਕਿਹਦੇ ਨਾਲ ਜੁੜਿਆ ਸੀ, ਉਹਦੀ ਆਈਡੀਓਲੋਜੀ ਕੀ ਸੀ, ਇਸ ਬਹਿਸ 'ਚ ਆਪਾਂ ਇੱਥੋਂ ਬਚਦੀਆਂ, ਇਹ 'ਚ ਨਹੀਂ ਪਵਾਂਗੇ। ਦੀਪ ਸਿੱਧੂ ਦੇ ਮਰਨ ਦੇ ਇਹ ਹੋਇਆ, ਉਹ ਦੁਰਘਟਨਾ ਵਿੱਚ ਉਹਦੀ ਮੌਤ ਹੋਣ ਤੇ ਇਹ ਹੋਇਆ ਕਿ ਉਹਦੇ ਪਿਛੋਕੜ ਇੱਕ ਇਸ ਤਰ੍ਹਾਂ ਦਾ ਇੱਕ ਘਟਨਾ ਹੋਈ ਜਿਹੜੀ 26 ਜਨਵਰੀ ਅੰਦੋਲਨ, ਕਿਸਾਨ ਅੰਦੋਲਨ ਵੇਲੇ ਦੀ। ਉਹਦਾ ਜਿਹੜਾ ਇਸ ਤਰ੍ਹਾਂ ਪੇਂਟ ਕੀਤਾ ਗਿਆ ਕਿ ਉਹ ਇੱਕ ਅੱਤਵਾਦੀ ਘਟਨਾ ਸੀ, ਦਹਿਸ਼ਤਗਰਦੀ ਦੀ ਘਟਨਾ ਸੀ, ਜਿਹਦਾ ਚਿਹਰਾ ਮੋਹਰਾ ਔਰ ਜਿਹਦੀ ਅਗਵਾਈ ਦੀਪ ਸਿੱਧੂ ਨੇ ਕੀਤੀ। ਜੇਕਰ ਟੈਰਰਿਜ਼ਮ ਦਾ ਜਾਂ ਦਹਿਸ਼ਤਗਰਦੀ ਦਾ ਪੰਜਾਬ 'ਚ ਥੋੜਾ ਬਹੁਤਾ ਵੀ ਪ੍ਰਭਾਵ ਹੁੰਦਾ ਤਾਂ ਇਸ ਦਾ ਫਾਇਦਾ ਸਿਮਰਨਜੀਤ ਮਾਨ ਨੂੰ ਕਿਉਂ ਮਿਲ ਰਿਹਾ ਹੈ? ਸਾਰੇ ਅਖਬਾਰਾਂ ਨੇ, ਸਾਰੇ ਪੱਤਰਕਾਰਾਂ ਨੇ, ਚੈਨਲਸ ਨੇ ਇਹ ਰਿਪੋਰਟ ਕੀਤਾ ਹੈ ਕਿ ਸਿਮਰਨਜੀਤ ਸਿੰਘ ਮਾਨ, ਪਹਿਲੀ ਗੱਲ ਤਾਂ ਸਿਮਰਨਜੀਤ ਮਾਨ ਦਾ ਆਪਣਾ ਜਿਹੜਾ ਉਹਨਾਂ ਦਾ ਚਿਹਰਾ ਮੋਹਰਾ ਹੈ, ਉਹ ਬਿਲਕੁਲ ਇਸ ਤਰ੍ਹਾਂ ਦਾ ਹੈ ਕਿ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਖਾਲਿਸਤਾਨ ਹਮੈਤੀ ਵੀ ਨੇ। ਹਾਲਾਂਕਿ ਉਹ ਦਿੰਦੇ ਉਹ ਬਿਆਨ ਲਿਮਟ 'ਚ ਨੇ, ਜੋ ਸਾਡੇ ਸੰਵਿਧਾਨਕ ਅਧਿਕਾਰ ਨੇ, ਅਧਿਕਾਰਾਂ ਦੇ ਵਿੱਚ ਰਹਿੰਦੇ ਹੋਏ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ। ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਗੈਰ ਸੰਵਿਧਾਨਕ ਕਾਰਵਾਈ ਹੈ, ਉਹ ਉਹਨਾਂ ਦਾ ਹੱਕ ਹੈ, ਐਕਸਰਸਾਈਜ਼ ਕਰ ਰਹੇ ਨੇ। ਪਰੰਤੂ ਫਿਰ ਵੀ ਜੇ ਆਪਾਂ ਇਹ ਕਹੀਏ ਕਿ ਉਸ ਵਿਚਾਰਧਾਰਾ ਦੇ ਲੋਕਾਂ ਨੂੰ ਪੰਜਾਬ ਨਫ਼ਰਤ ਕਰਦਾ ਹੈ, ਇਸ ਕਰਕੇ ਸਿਆਸੀ ਪਾਰਟੀਆਂ ਨੇ ਇੱਦਾਂ ਦੇ ਨਾਰੇ ਕੇਜਰੀਵਾਲ ਦੇ ਖਿਲਾਫ ਖੜੇ ਕੀਤੇ। ਜੇਕਰ ਇਹ ਨਾਰੇ ਦਾ ਕੋਈ ਅਸਰ ਹੁੰਦਾ ਤਾਂ ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਦੇ ਇੱਕੋ ਇੱਕ ਕੈਂਡੀਡੇਟ ਨੇ ਜਿਹੜੇ ਬਾਕੀ ਪਾਰਟੀਆਂ ਦੇ ਬਰਾਬਰ ਮੁਕਾਬਲੇ 'ਚ ਦਿਖੇ। ਕੈਂਡੀਡੇਟ ਤਾਂ ਹੋਰ ਵੀ ਖੜੇ ਨੇ, ਪਰ ਹੋਰ ਕਿਸੇ ਸੀਟ ਤੇ ਇਹ ਰਿਪੋਰਟ ਨਹੀਂ ਹੈ ਕਿ ਉਹ 1000-1500 ਤੋਂ ਵੱਧ ਵੋਟ ਲਿਜਾਣ ਵਾਲੇ ਹੋਣ। ਪਰੰਤੂ ਅਮਰਗੜ੍ਹ ਦੇ ਵਿੱਚ ਉਹ ਇਸ ਗੱਲ ਤੇ, ਔਰ ਉਹਨਾਂ ਨੇ ਮੁੱਖ ਮੁੱਦਾ ਵੀ ਭੁੱਲਰ ਸਾਹਿਬ ਦੀ ਰਿਹਾਈ ਵਾਲਾ ਚੱਕ ਕੇ ਰੱਖਿਆ। ਜੇ ਉੱਥੇ ਕੰਵਰ ਗਰੇਵਾਲ ਵੀ ਉਹਨਾਂ ਦੀ ਸਪੋਰਟ ਤੇ ਗਏ ਕਿਤੇ, ਉਹਨਾਂ ਨੇ ਵੀ ਰਿਹਾਈ ਦੇ ਗੀਤ ਗਾਏ ਤੇ ਉਹਨਾਂ ਨੇ ਵੀ ਇਹੀ ਗੱਲਾਂ ਕੀਤੀਆਂ। ਤੇ ਮੈਂ ਇਸ ਗੱਲ ਤੇ ਕਹਿਣਾ ਕਿ ਇਹ ਪੰਜਾਬ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਦਹਿਸ਼ਤਗਰਦੀ ਤੋਂ ਪੰਜਾਬ ਬਿਲਕੁਲ ਬਾਹਰ ਆ ਚੁੱਕਿਆ ਹੈ। ਹੁਣ ਦਹਿਸ਼ਤਗਰਦੀ ਕਿਤੇ ਵੀ ਸਟੈਂਡ ਨਹੀਂ ਕਰਦੀ। ਸੋ ਇਹ ਗੱਲਾਂ ਜਿਹੜੀਆਂ ਨੇ, ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਸ਼ਾਂਤੀ ਦੇ ਵਿੱਚ ਜਿਹੜੀਆਂ ਆਪਾਂ 3-4 ਗੱਲਾਂ ਡਿਸਕਸ ਕੀਤੀਆਂ ਨੇ, ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜੇ ਪਰਮਾਤਮਾ ਕਰੇ ਕੋਈ ਹੋਰ ਸਪਾਂਸਰਡ ਮੂਵਮੈਂਟ ਨਾ ਖੜੀ ਹੋਵੇ ਤਾਂ ਇਸ ਮੂਵਮੈਂਟ ਨੇ ਇਹ ਗੱਲ ਬਹੁਤ ਸੋਹਣੀ ਕੀਤੀ ਕਿ ਦਲਿਤ ਨਾ ਸਾਡੇ ਪਹਿਲਾਂ ਵੰਡੇ ਹੋਏ ਨੇ, ਨਾ ਹੁਣ ਵੰਡੇ ਗਏ। ਕਿਸਾਨ ਨਾ ਕਿਸੇ ਗੱਲ ਤੇ ਉਸ ਕਿਸਮ ਨਾਲ ਆਪਦੇ ਹੱਕਾਂ ਲਈ ਯੂਨਾਈਟ ਹੋਣਾ
ਇਹ ਕੋਈ ਬੁਰੀ ਗੱਲ ਨਹੀਂ, ਲੇਕਿਨ ਧਾਰਮਿਕ ਜਨੂਨ, ਜਾਤੀ ਦੇ ਜਨੂਨ, ਏਰੀਆ ਦੇ ਰੀਜਨਲ ਜਨੂਨ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਤਹਿਤ ਉਹ ਲੋਕਾਂ ਐ ਨਹੀਂ ਕਿਤੇ ਦਿਖਾਈ ਦਿੱਤੇ ਕਿ ਉਹ ਇਕੱਠੇ ਨੇ। ਸੋ ਦਲਿਤ ਹੋ ਗਏ, ਕਿਸਾਨ ਹੋ ਗਏ, ਤੇ ਜਿਸ ਕਿਸਮ ਨਾਲ ਇੱਕ ਹਿੰਦੂ ਵਰਗ ਨੂੰ ਇੱਕ ਜਾਤੀ ਵਰਗ ਵਿਸ਼ੇਸ਼ ਨਾਲ ਜੋੜ ਕੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਏ, ਉਹ ਬਿਲਕੁਲ ਇਸ ਕਿਸਮ ਨਾਲ ਕਿਤੇ ਵੀ ਦਿਖਾਈ ਨਹੀਂ ਦਿੱਤੇ। ਸੋ ਇਸ ਕਰਕੇ ਮੈਂ ਇਹ ਲੋਕਾਂ ਨੂੰ ਵਧਾਈ ਦਿੰਦਾ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਇਹ ਗੱਲਾਂ ਆਪਾਂ ਡਿਸਕਸ ਕੀਤੀਆਂ ਨੇ, ਇਹ ਬਹੁਤ ਸਟੇਟ ਦੀ ਸ਼ਾਂਤੀ ਦੇ ਸੰਕੇਤ ਨੇ। ਔਰ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ, ਸਾਡੀਆਂ ਰਾਜਨੀਤਿਕ ਪਾਰਟੀਆਂ ਬਾਰ-ਬਾਰ ਇਹ ਕਹਿ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਇਸ ਕਰਕੇ ਨਹੀਂ ਆ ਰਹੀ, ਬਾਹਰੋਂ ਹੋਰ ਕੋਈ ਪੈਸਾ ਖਰਚਣ ਨੂੰ ਇਸ ਲਈ ਤਿਆਰ ਨਹੀਂ ਕਿਉਂਕਿ ਉਹ ਡਰਦਾ ਕਿ ਇੱਥੇ ਸ਼ਾਂਤੀ ਨਹੀਂ। ਇਹ ਤਿੰਨ ਗੱਲਾਂ ਨੇ ਬਿਲਕੁਲ ਇਹ ਸਾਬਤ ਕਰ ਦਿੱਤਾ ਕਿ ਇੱਥੇ ਸ਼ਾਂਤੀ ਹੈ, ਇਹ ਲੋਕ ਸ਼ਾਂਤੀ ਨਾਲ ਰਹਿਣਾ ਜਾਣਦੇ ਨੇ, ਤੇ ਇਹ ਲੋਕ ਸ਼ਾਂਤੀ ਨੂੰ ਆਪਣੇ ਵਿੱਚ ਹੰਢਾਉਣਾ ਜਾਣਦੇ ਨੇ। ਸੋ ਇਸ ਗੱਲਾਂ ਦੇ ਵਿੱਚ ਇਹ ਹੈ ਕਿ ਸਰਕਾਰ ਜਾਣਬੁੱਝ ਕੇ, ਸਰਕਾਰ ਤੋਂ ਭਾਵ ਰਾਜਨੀਤਿਕ ਪਾਰਟੀਆਂ, ਫਿਰ ਸਰਕਾਰ ਤੋਂ ਮੇਰਾ ਭਾਵ ਇਹ ਹੈ ਸਰਕਾਰ ਤੋਂ ਪ੍ਰਸ਼ਾਸਨ ਨਹੀਂ, ਰਾਜਨੀਤਿਕ ਪਾਰਟੀਆਂ ਆਪਣੇ ਮਫਾਦ ਲਈ, ਆਪਣੇ ਫਾਇਦੇ ਲਈ ਜਾਣਬੁੱਝ ਕੇ ਐਦਾਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨ। ਤੇ ਦੂਜਾ ਇਹ ਹੋ ਗਿਆ ਕਿ ਆਉਣ ਵਾਲੇ ਸਮੇਂ 'ਚ ਜਦੋਂ ਰਾਜਨੀਤਿਕ ਪਾਰਟੀਆਂ ਇਹ ਕਹਿਣਗੀਆਂ ਕਿ ਇੱਥੇ ਸ਼ਾਂਤੀ ਸਥਾਪਿਤ ਨਾ ਹੋਣ ਕਰਕੇ ਬਾਹਰੋਂ ਕੋਈ ਇਸ ਤਰ੍ਹਾਂ ਦਾ ਇਨਵੈਸਟਰ ਨਹੀਂ ਆ ਰਿਹਾ, ਮੈਨੂੰ ਲੱਗਦੀ ਹੈ ਇਹ ਉਹਨਾਂ ਦੀ ਗਲਤ ਬਿਆਨੀ ਹੋਏਗੀ, ਇਹ ਉਹਨਾਂ ਦੀ ਸ਼ਰਾਰਤ ਹੋਏਗੀ, ਇਹ ਦਰਸਾਏਗੀ ਕਿ ਉਹਨਾਂ ਦੀ ਕਮਿਟਮੈਂਟ ਨਹੀਂ। ਇਸ ਤੋਂ ਅੱਗੇ ਚੱਲ ਕੇ ਜਿਹੜਾ ਇੱਕ ਪ੍ਰਭਾਵ ਹੋਰ ਮੈਂ ਦੇਖਦਾ ਉਹ ਇਹ ਕਿ ਇਸ ਵਾਰ ਇੱਕ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਨਾਂ ਹੇਠ ਇਲੈਕਸ਼ਨ ਲੜੀ ਉਹਨਾਂ ਨੇ। ਇਲੈਕਸ਼ਨ ਦੇ ਵਿੱਚ ਉਹਨਾਂ ਦੇ ਰਿਜ਼ਲਟ ਕੀ ਆਉਣਗੇ ਮੈਂ ਨਹੀਂ ਕਹਿ ਸਕਦਾ। ਉਹਦੇ ਵਿੱਚ ਦੋ ਹੀ ਗੱਲਾਂ ਬੜੀਆਂ ਕਮਾਲ ਦੀਆਂ ਹੋਈਆਂ। ਇੱਕ ਗੱਲ, ਉਹਨਾਂ ਚੋਂ ਇੱਕ ਧੜੇ ਨੇ ਬਹੁਤ ਜ਼ੋਰ ਦੇ ਕੇ ਕਿਹਾ ਕਿ ਸਾਡੇ ਵੱਲੋਂ ਇਲੈਕਸ਼ਨ ਦਾ ਪਹਿਲਾਂ ਵੀ ਬਾਈਕਾਟ ਹੁੰਦਾ ਹੈ, ਅਸੀਂ ਇਸ ਵਾਰ ਬਾਈਕਾਟ ਕਰਾਂਗੇ ਜੀ। ਇਹ ਕਿਸੇ ਦੀ ਆਈਡੀਓਲੋਜੀ ਹੋ ਸਕਦੀ ਹੈ, ਪਰੰਤੂ ਇਲੈਕਸ਼ਨ ਦਾ ਜੇ ਵੱਡੀ ਪੱਧਰ ਤੇ ਬਾਈਕਾਟ ਹੁੰਦਾ ਹੈ ਤਾਂ ਇਹ ਸਿੱਧੀ ਗੱਲ ਇਹ ਹੈ ਕਿ ਇਹਦਾ ਮਤਲਬ ਇਹ ਹੈ ਕਿ ਸਾਡੇ ਲੋਕਾਂ ਦਾ ਸਾਡੀ ਚੋਣ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਗਿਆ। ਉਹਨਾਂ ਦੇ ਇਹ ਕਹਿਣ ਦੇ ਬਾਵਜੂਦ ਕਿ ਅਸੀਂ ਬਾਈਕਾਟ ਕਰਨਾ ਹੈ, ਸਪੈਸ਼ਲੀ ਜਦੋਂ ਉਹਨਾਂ ਤੋਂ ਬਾਰ-ਬਾਰ ਉਹਨਾਂ ਵੱਲੋਂ ਵੀ ਕਲੇਮ ਕੀਤਾ ਜਾਂਦਾ ਹੈ ਕਿ ਜੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਮਾਲਵੇ ਦੇ ਵਿੱਚ ਬਹੁਤ ਵੱਡੀ ਗਿਣਤੀ ਪ੍ਰਭਾਵਿਤ ਕਰਦੀਆਂ ਨੇ ਤੇ ਸਾਡਾ ਬਹੁਤ ਜ਼ੋਰ ਹੈ। ਪਰ ਇਸ ਦੇ ਬਾਵਜੂਦ ਮਾਲਵਾ ਬਾਕੀ ਪੰਜਾਬ ਨਾਲੋਂ ਕੋਈ ਵੱਖਰਾ ਨਹੀਂ ਰਿਹਾ। ਮਾਲਵੇ ਦੇ ਵਿੱਚ ਵੀ ਜੇ ਪੋਲ ਪਰਸੈਂਟੇਜ ਆਪਾਂ ਵੋਟ ਪਰਸੈਂਟੇਜ ਕੱਢੀਏ ਤਾਂ ਉੱਥੇ ਕਿਤੇ ਦਿਖਾਈ ਨਹੀਂ ਦਿੱਤਾ ਕਿ ਉਹਨਾਂ ਦਾ ਬਾਈਕਾਟ ਹੋਣ ਕਰਕੇ ਕੋਈ ਬਹੁਤ ਵੱਡਾ ਪ੍ਰਭਾਵ ਆ ਗਿਆ ਹੋਵੇ। ਬਿਲਕੁਲ, ਜੇਕਰ ਤਾਂ ਆਪਾਂ ਇਹ ਸੋਚਦੇ ਨਾ ਕਿ ਇਕੱਲੇ ਮਾਲਵੇ 'ਚ ਜਿੱਥੇ ਉਹਨਾਂ ਦਾ ਜ਼ੋਰ ਹੈ ਜੀ, ਬਾਕੀ ਇਲਾਕਿਆਂ ਨਾਲੋਂ 20% ਵੋਟ ਗਿਰ ਗਈ, ਫਿਰ ਤਾਂ ਆਪਾਂ ਮੰਨ ਸਕਦੇ ਸੀ। ਸੋ ਇਸ ਕਰਕੇ ਮੈਨੂੰ ਸਪੈਸ਼ਲੀ ਜਿਹੜਾ ਉਹ ਪਾਰਟੀਆਂ ਦਾ ਪ੍ਰਭਾਵ ਦਰਸਾਇਆ ਜਾਂਦਾ ਕਿਸਾਨਾਂ 'ਚ, ਕਿਸਾਨਾਂ ਤੋਂ ਅਰਥ ਹੈ ਰੂਰਲ ਏਰੀਆ 'ਚ। ਰੂਰਲ ਏਰੀਆ 'ਚ ਮਾਲਵਾ 'ਚ ਕਿਤੇ ਵੀ ਪੋਲ ਪਰਸੈਂਟੇਜ ਇਸ ਤਰ੍ਹਾਂ ਦਿਖਾਈ ਨਹੀਂ ਦਿੱਤੀ ਕਿ ਕਿਸੇ ਦੇ ਪ੍ਰਭਾਵ ਹੇਠਾਂ ਕੋਈ ਬਾਈਕਾਟ ਹੋਇਆ ਹੋਵੇ। ਇੱਕ ਗੱਲ ਇਹ ਬਹੁਤ ਚੰਗੀ ਲੱਗੀ ਕਿ ਲੋਕਾਂ ਨੇ, ਆਪਾਂ ਇਹ ਮੰਨੀਏ ਕਿ ਜਿਹੜੀਆਂ ਤਾਕਤਾਂ ਇਹ ਸੋਚਦੀਆਂ ਨੇ ਕਿ ਲੋਕਤੰਤਰ 'ਚ ਉਹਨਾਂ ਦਾ ਵਿਸ਼ਵਾਸ ਨਹੀਂ, ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਸਪੋਰਟ ਦਿਖਾਈ ਨਹੀਂ ਦਿੱਤੀ ਧਰਾਤਲ ਤੇ ਕਿ ਉਹਨਾਂ ਨੂੰ ਕੋਈ ਸਪੋਰਟ ਮਿਲੀ ਹੋਵੇ। ਇਸ ਤੋਂ ਅੱਗੇ ਆਪਾਂ ਚੱਲੀਏ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਉਮੀਦਵਾਰ ਇਲੈਕਸ਼ਨ ਲੜੇ, ਉਹਨਾਂ ਵੱਲੋਂ ਇੱਕ ਵਿਸ਼ੇਸ਼ ਕਿਸਮ ਦੀ ਪਹਿਲ ਕੀਤੀ ਗਈ, ਇੱਕ ਕਦਮ ਪੱਟਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਥਾਂ ਤੇ ਇੱਕ ਇਕਰਾਰਨਾਮਾ ਤੇ ਬਹੁਤ ਸਾਰੇ ਉਮੀਦਵਾਰਾਂ ਵੱਲੋਂ, ਸਾਰਿਆਂ ਵੱਲੋਂ ਨਹੀਂ ਸੀਗੇ, ਬਹੁਤ ਸਾਰੇ ਉਮੀਦਵਾਰਾਂ ਵੱਲੋਂ ਐਫੀਡੈਵਿਟ ਦਿੱਤੇ ਗਏ ਜਿਹਦੇ ਵਿੱਚ ਉਹਨਾਂ ਨੇ ਇਹ ਸਪੈਸ਼ਲ ਤੌਰ ਤੇ ਕਿਹਾ ਕਿ ਅਸੀਂ ਕੋਈ ਤਨਖਾਹ ਨਹੀਂ ਲਵਾਂਗੇ, ਜਿਹੜੀ ਤਨਖਾਹ ਲਵਾਂਗੇ ਉਹ, ਕਿਉਂਕਿ
ਉਹ ਜਿਹਨੇ ਸਾਨੂੰ ਵੋਟਾਂ ਪਾਈਆਂ ਨੇ, ਇਹ ਤਾਕਤ ਸਾਨੂੰ ਉਹਨਾਂ ਨੇ ਦਿੱਤੀ ਹੈ, ਇਸ ਤੇ ਉਹਨਾਂ ਦਾ ਹੱਕ ਹੈ, ਇਹ ਸਮਾਜ ਦੇ ਭਲੇ ਲਈ ਖਰਚੀ ਜਾਏਗੀ। ਜੀ। ਤੀਸਰੀ ਗੱਲ ਜਿਹੜੀ ਉਹਨਾਂ ਨੇ ਇਹਦੇ ਵਿੱਚ ਇਹ ਕੀਤੀ ਕਿ ਅਸੀਂ ਹਲਕੇ ਵਿੱਚ ਰਵਾਂਗੇ, ਅਤੇ ਇਸ ਤੋਂ ਬਿਨਾਂ MLA ਦੇ ਸਮੇਂ ਦੇ ਦੌਰਾਨ ਜੇਕਰ ਉਹਨਾਂ ਦੀ ਕੋਈ ਵੀ ਜਾਇਦਾਦ ਵਧੂਗੀ ਤਾਂ ਉਸ ਜਾਇਦਾਦ ਦੀ ਮਾਲਕ ਜਨਤਾ ਹੋਏਗੀ। ਭਾਵੇਂ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਉਹਨਾਂ ਦਾ ਕੋਈ ਕੈਂਡੀਡੇਟ ਜਿੱਤ ਰਹੇ ਨੇ, ਬਹੁਤ ਸਾਰੇ ਇੱਕੜ ਦੁੱਕੜ ਕੋਈ ਹੋ ਸਕਦਾ ਹੈ, ਤੇ ਇਹ ਲਾਗੂ ਤਾਂ ਹਾਲੇ ਨਹੀਂ ਹੋਣਾ ਦੇਖ ਆਪਾਂ ਇਹ ਕਹੀਏ, ਪਰ ਆਉਣ ਵਾਲੇ ਸਮੇਂ 'ਚ ਪਾਰਟੀਆਂ ਤੇ ਪ੍ਰੈਸ਼ਰ ਜ਼ਰੂਰ ਆਏਗਾ ਕਿ ਐਦਾਂ ਦਾ ਅਗਾਂਹ ਵਧੂ ਕਦਮ ਪਹਿਲ ਹੋ ਸਕਦੀ ਹੈ। ਹਾਂ, ਤੇ ਹੁਣ ਆਪਾਂ ਜੇ ਅਖੀਰ ਦੇ ਵਿੱਚ ਮੈਨੂੰ ਲੱਗ ਰਿਹਾ ਜੀ ਆਪਾਂ ਦੇਖੀਏ, ਇੱਕ ਗੱਲ ਇਹ ਚੰਗੀ ਹੋਈ ਹੈ ਕਿ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਅੰਦੋਲਨ ਸੀ, ਉਸ ਅੰਦੋਲਨ ਕਰਕੇ ਉਹਦੇ ਵਿੱਚੋਂ ਕੁਝ ਗੱਲਾਂ ਨਿਕਲੀਆਂ, ਕਿਉਂਕਿ ਮੈਂ ਇਹ ਸਮਝਦਾ ਕਿ ਰਾਜਨੀਤਿਕ ਪਾਰਟੀਆਂ, ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਆਪਣਾ ਟ੍ਰੇਨਿੰਗ ਜਾਂ ਟੀਚਿੰਗ ਪ੍ਰੋਗਰਾਮ ਆਪਦੇ ਵਰਕਰਾਂ ਦਾ, ਆਪਦੇ ਕਾਡਰ ਦਾ ਨਹੀਂ ਲਾਉਂਦੀ ਜੀ, ਚ ਉਹਨਾਂ ਨੂੰ ਸਿਖਾਉਂਦੀ ਹੋਵੇ ਕਿ ਸਾਡਾ ਸੰਵਿਧਾਨ ਕੀ ਹੈ, ਸਾਡਾ ਐਲਾਨ ਕੀ ਹੈ, ਅਸੀਂ ਅਗਲੇ ਵਾਲੇ ਸਮੇਂ ਦੇ ਵਿੱਚ ਸਾਡੇ ਕੀ ਪ੍ਰੋਗਰਾਮ ਨੇ, ਜਨਤਾ ਪ੍ਰਤੀ ਸਾਡੀ ਕਿਸ ਤਰ੍ਹਾਂ ਦੀ ਸੁਹਿਰਦਤ ਹੈ, ਸਾਡੀਆਂ ਕੀ ਰਣਨੀਤੀਆਂ ਹੋਣਗੀਆਂ, ਸਾਡੀ ਕੀ ਹਰਾਰਕੀ ਹੈ, ਸਾਡੇ ਫੈਸਲੇ ਕਿਵੇਂ ਲਏ ਜਾਂਦੇ ਨੇ। ਇੱਦਾਂ ਦਾ ਕੋਈ ਵੀ ਟ੍ਰੇਨਿੰਗ ਪ੍ਰੋਗਰਾਮ ਅੱਜ ਕੱਲ੍ਹ ਬੰਦ ਕਰਤਾ ਪੋਲੀਟੀਕਲ ਪਾਰਟੀਆਂ ਨੇ। ਪਰ ਇਹਦੀ ਭਰਪਾਈ ਲਈ ਜਿਹੜਾ ਕਿਸਾਨ ਮੋਰਚੇ ਦੇ ਦੌਰਾਨ ਜਿਹੜਾ ਜਦੋਂ ਅੰਦੋਲਨ ਚੱਲਿਆ, ਉੱਥੇ ਬਹੁਤ ਸਾਰੇ ਲੋਕੀ ਜਾਂਦੇ ਰਹੇ, ਉੱਥੇ ਜੋ ਕੁਝ ਭਾਸ਼ਣਬਾਜ਼ੀ ਹੁੰਦੀ ਰਹੀ, ਮੈਂ ਸਮਝਦਾ ਕਿ ਉਹ ਇੱਕ ਟ੍ਰੇਨਿੰਗ ਸਕੂਲ ਸੀ ਜੀ। ਉਹ ਟ੍ਰੇਨਿੰਗ ਦੇ ਵਿੱਚ ਆ ਕੇ ਨਵੀਂ ਪਿਰਤੇ ਪਈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਵਧੀਆ ਤਰੀਕੇ ਨਾਲ, ਜਿੱਥੇ ਕਿਤੇ ਲੀਡਰਾਂ ਦਾ ਸਵਾਗਤ ਨਹੀਂ ਸੀ ਕਰਨਾ, ਵਿਰੋਧ ਕਰਨਾ ਸੀ, ਉਹ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ ਵਧੀਆ ਤਰੀਕੇ ਨਾਲ। ਉਹਦੇ ਵਿੱਚ ਕਿਤੇ ਝੜਪਾਂ ਦੀ ਕੋਈ ਬਾਹਲੀ ਖਬਰ ਨਹੀਂ ਆਈ ਕਿ ਹਿੰਸਕ ਹੋਈ ਹੋਵੇ ਘਟਨਾ। ਤੇ ਜਿੱਥੇ ਜਿੱਥੇ ਲੀਡਰਾਂ ਨੂੰ ਸਵਾਲ ਕੀਤੇ, ਉਹ ਸਵਾਲਾਂ ਦੇ ਦੌਰਾਨ ਬਹੁਤ ਸਾਰੇ ਲੀਡਰ, ਲਗਭਗ ਸਾਰੀਆਂ ਪਾਰਟੀਆਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੇ ਦੇਖੇ ਗਏ। ਬਿਲਕੁਲ, ਜਦੋਂ ਉਹ ਭੱਜਦੇ ਦੇਖੇ ਗਏ, ਉਹਦੇ ਨਾਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਵਾਇਰਲ ਹੋਇਆ। ਤੇ ਇਹ ਸੰਯੁਕਤ ਸਮਾਜ ਮੋਰਚੇ ਦੀ ਇੱਕ ਵੱਡੀ ਦੇਣ ਨਹੀਂ, ਸੋਸ਼ਲ ਮੀਡੀਆ ਰਾਹੀਂ ਜਿਵੇਂ ਆਮ ਆਦਮੀ ਪਾਰਟੀ ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਇਹੀ ਕੀਤਾ 5 ਸਾਲਾਂ ਦੇ ਵਿੱਚ, ਉਹਨਾਂ ਨੇ ਇੱਕ ਨੈਰੇਟਿਵ ਦਿੱਲੀ ਮਾਡਲ ਸੈੱਟ ਕਰਤਾ, ਜਿਹੜਾ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਅੰਦੋਲਨ ਦੌਰਾਨ ਸਾਰੇ ਅੰਦੋਲਨਕਾਰੀ ਐਕਟੀਵੇਟ ਹੋ ਗਏ, ਉਹ ਸੋਸ਼ਲ ਮੀਡੀਆ ਦੇਖਣ ਲੱਗ ਗਏ। ਸ਼ਾਇਦ ਇਹ ਕਿਹਾ ਜਾ ਰਿਹਾ ਪੱਤਰਕਾਰਾਂ ਵੱਲੋਂ ਜਾਂ ਕੁਝ ਵਿਸ਼ਲੇਸ਼ਕ ਲੋਕ ਉਹਨਾਂ ਵੱਲੋਂ ਕਿ ਉਹ ਸੋਸ਼ਲ ਮੀਡੀਆ ਤੇ ਜਿਹੜਾ ਉਹਦਾ ਪ੍ਰਭਾਵ ਕਰਕੇ ਆਮ ਆਦਮੀ ਪਾਰਟੀ ਵੱਲ ਕੁਝ ਲੋਕਾਂ ਦਾ ਝੁਕਾਅ ਹੋਇਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਦਿੱਲੀ ਮਾਡਲ ਹੈ ਕੀ, ਪੜ੍ਹਿਆ ਨਹੀਂ ਉਹਨਾਂ ਨੇ, ਪਰ ਉਹਨਾਂ ਨੂੰ ਐਂ ਲੱਗਦਾ ਵੀ ਇੱਕ ਦਿੱਲੀ ਮਾਡਲ ਹੈ, ਉਹਦੇ ਵਿੱਚ ਬਹੁਤ ਅੱਛੇ ਸਕੂਲ ਨੇ ਤੇ ਬਹੁਤ ਅੱਛੇ ਜਿਹੜੇ ਮੁਹੱਲਾ ਕਲੀਨਿਕ ਵਾਲੇ ਹਸਪੀਟਲ ਨੇ। ਹੈ ਜਾਂ ਨਹੀਂ ਹੈ, ਚਲੋ ਆਪਾਂ ਇਸ ਗੱਲ ਨੂੰ ਛੱਡੀਏ। ਮੇਰਾ ਕਹਿਣ ਤੋਂ ਭਾਵ ਇੱਥੇ ਇਹ ਹੈ ਕਿ ਲੋਕਾਂ ਨੂੰ ਇੱਕ ਮੌਕਾ ਮਿਲਿਆ ਤੇ ਸ਼ਾਇਦ ਇਹ ਪਿਰਤ ਅੱਗੇ ਚੱਲੇ ਕਿ ਰਾਜਨੀਤਿਕ ਪਾਰਟੀਆਂ ਨੂੰ ਲੋਕ ਸਵਾਲ ਕਰਿਆ ਕਰਨ ਉਹਨਾਂ ਦੀ ਪਰਫਾਰਮੈਂਸ ਬਾਰੇ, ਉਹਨਾਂ ਦੀ ਆਉਣ ਵਾਲੇ ਸਮੇਂ ਦੀ ਯੋਜਨਾ ਬਾਰੇ, ਉਹਨਾਂ ਦੇ ਏਜੰਡਾ ਬਾਰੇ ਤੇ ਲੋਕ ਭਲਾਈ ਦੀਆਂ ਸਕੀਮਾਂ ਬਾਰੇ। ਇਹ ਮੈਨੂੰ ਲੱਗ ਰਿਹਾ ਕਿ ਇਹ ਚੀਜ਼ਾਂ ਜੇਕਰ ਪਰਮਾਨੈਂਟਲੀ ਲਾਗੂ ਹੋ ਜਾਣ, ਮੇਰੇ ਖਿਆਲ ਮੁਤਾਬਕ ਇਹ ਹੈ ਕਿ ਜਿਹੜੀਆਂ ਇਹ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਨੇ ਗੱਲਾਂ, ਇਹ ਇੱਕ ਵੱਡੇ ਸੁਧਾਰ ਵੱਲ ਨੂੰ ਵੱਡਾ ਕਦਮ ਹੋਏਗਾ, ਇੱਕ ਰਾਹ ਦਰਸਾਉਣ ਵਾਲਾ ਮਾਰਗ ਹੋਏਗਾ ਜੇਕਰ ਅਸੀਂ ਇਸ ਤੇ ਚੱਲੀਏ। ਸੋ ਮੈਨੂੰ ਇਹ ਲੱਗਦਾ ਜੀ, ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਐਨਾਲਿਸਿਸ ਕਰੀਏ, ਇਹ ਇਲੈਕਸ਼ਨਾਂ 'ਚ ਕੌਣ ਜਿੱਤੇ ਕੌਣ ਹਾਰੇ ਉਹ ਬਾਅਦ ਦੀ ਗੱਲ ਹੈ, ਪਰੰਤੂ ਆ ਇੱਕ ਜਿਹੜੇ ਸਾਡੇ ਸਮਾਜਿਕ ਤੇ ਰਾਜਨੀਤਿਕ ਪ੍ਰਭਾਵ ਜਿਹੜੇ ਪਹਿਲਾਂ ਨਾਲੋਂ ਵੱਖਰੇ ਹੋਣਗੇ ਜੀ, ਇਹਦੇ ਵਿੱਚ ਮੈਨੂੰ ਦਿਖਾਈ ਦੇ ਰਹੇ ਨੇ ਭੰਗੂ ਸਾਹਿਬ। ਇਹ ਜ਼ਰੂਰ ਮੈਂ ਮਹਿਸੂਸ ਕਰਦਾ, ਮੇਰੀ ਆਬਜ਼ਰਵੇਸ਼ਨ ਹੈ। ਬਿਲਕੁਲ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ। ਧੰਨਵਾਦ ਤੁਹਾਡਾ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨਾਲ ਅੱਜ ਗੱਲਬਾਤ ਕੀਤੀ ਕਿ ਜੋ ਰਾਜਨੀਤਿਕ ਜਾਂ ਸਮਾਜਿਕ ਪ੍ਰਭਾਵ ਰਹਿਣਗੇ ਇਲੈਕਸ਼ਨ ਤੋਂ ਬਾਅਦ। ਧਾਲੀਵਾਲ ਸਾਹਿਬ ਨੇ ਬਹੁਤ ਖੂਬ ਬਿਆਨ ਕੀਤੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜ਼ਰੂਰ ਭੇਜਿਓ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਦੇ ਨਾਲ। ਧੰਨਵਾਦ।